ਸਲਾਮਤਾ ਨਿਭਾਉਣੀ ਹੀ ਤਾਂ ਔਖੀ ਏ, ਲਾਉਣੀ ਤਾਂ ਹਰ ਕੋਈ ਜਾਣਦਾ ਏ। ਪਰਚੇ ਪਰਖਦੇ ਪੂਰਾ ਕੋਈ ਉਤਰੇ ਵਿਰਲਾ, ਉਂਝ ਲੁਤਫ ਲੱਗੀਆਂ ਦਾ ਤਾਂ ਹਰ ਕੋਈ ਮਾਣਦਾ ਏ। ਵਕਤ ਆਏ ਤੇ ਵਕਤ ਪਿਆ ਦੱਸ ਦਿੰਦਾ, ਇੱਥੇ ਕੌਣ ਵਫਾਵਾਂ ਦੇ ਹਾਣਦਾ ਏ। ਉਹ ਅੱਧ ਵਿਰਾਟੇ ਛੱਡ ਕਦੇ ਨੱਸਦਾ ਨਹੀਂ, ਜੋ ਨਿਭਾਉਣ ਦਾ ਨਿਸ਼ਚਾ ਠਾਣਦਾ ਏ, ਜੋ ਨਿਭਾਉਣ ਦਾ ਨਿਸ਼ਚਾ ਠਾਣਦਾ ਏ। ਚੈਨਲ ਤੂੰ ਸੱਚਖੰਡ ਜੋਤ ਵੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਸੁਗੜ ਵਿਚਾਰ ਵਿੱਚ ਮੇਰੇ ਅੱਜ ਬੋਲਣ ਦਾ ਪਹਿਲੂ ਹੈ ਲਾਉਣੀ ਸੌਖੀ, ਨਿਭਾਉਣੀ ਔਖੀ। ਬਤੌਰ ਇਨਸਾਨ ਸਾਡੇ ਕੋਲ ਸਭ ਤੋਂ ਵੱਡਾ ਧਰੋਹਰ ਨਾਤਿਆਂ ਦਾ ਹੈ, ਜਿਸ ਵਿੱਚ ਕੁਝ ਨਾਤੇ ਕੁਦਰਤ ਦੀ ਦੇਣ ਹਨ ਤੇ ਕੁਝ ਨਾਤੇ ਸਾਡੀ ਸਮਝ ਕਲਾ ਦਾ ਨਮੂਨਾ। ਜਨਮ ਦੁਆਰਾ ਕੁਦਰਤ ਵੱਲੋਂ ਮਿਲੇ ਮਾਂ-ਬਾਪ, ਭੈਣ ਭਾਈ, ਦਾਦਾ ਦਾਦੀ, ਚਾਚਾ ਚਾਚੀ, ਤਾਇਆ ਤਾਈ, ਭੂਆ, ਮਾਸੀਆਂ, ਮਾਮਿਆਂ ਵਾਲੇ ਨਜ਼ਦੀਕੀ ਰਿਸ਼ਤਿਆਂ ਨਾਲ ਹੱਸ ਖੇਡ ਬਚਪਨ ਬਤੀਤ ਕਰ ਜਦੋਂ ਅਸੀਂ ਥੋੜ੍ਹੇ ਵੱਡੇ ਹੋ ਆਪਣੇ ਕਦਮ ਘਰ ਦੀ ਚੌਖੜ ਤੋਂ ਬਾਹਰ ਰੱਖਦੇ ਹਾਂ ਤਾਂ ਸ਼ੁਰੂਆਤ ਹੁੰਦੀ ਹੈ ਸਮਝ ਕਲਾ ਦੁਆਰਾ ਨਾਤਾ ਜੋੜਨ ਦੀ। ਤੇ ਫਿਰ ਆਪਣੀ ਸਮਝ ਕਲਾ ਦਾ ਨਮੂਨਾ ਦੇ ਅਸੀਂ ਨਾਤਿਆਂ ਦੇ ਧਰੋਹਰ 'ਚ ਕਈ ਨਾਤੇ ਜੋੜਦੇ ਹਾਂ। ਜੇ ਇੱਕ ਤਰ੍ਹਾਂ ਨਾਲ ਵੇਖਿਆ ਜਾਵੇ ਤਾਂ ਕਿਸੇ ਨਾਲ ਨਾਤਾ ਜੋੜਨਾ ਸਾਡੇ ਲਈ ਕੋਈ ਔਖੀ ਤੇ ਵੱਡੀ ਗੱਲ ਨਹੀਂ ਹੈ, ਕਿਉਂਕਿ ਨਾਤਾ ਜੋੜਨਾ ਉਹ ਸੁਭਾਵਿਕ ਕਲਾ ਹੈ ਜੋ ਮਨੁੱਖ ਪ੍ਰਜਾਤੀ ਦੇ ਹਰ ਬਸ਼ਿੰਦੇ ਅੰਦਰ ਸੁਭਾਵਕ ਹੀ ਪਾਈ ਜਾਂਦੀ ਹੈ। ਬਤੌਰ ਸਮਾਜਿਕ ਪ੍ਰਾਣੀ ਸਮਾਜਿਕ ਜੀਵਨ ਸ਼ੈਲੀ ਦੇ ਸੁਚਾਰੂ ਸਿਰਜਣਾ ਲਈ ਨਾਤਾ ਜੋੜਨ ਦੀ ਕਲਾ ਹਰ ਇੱਕ ਇਨਸਾਨ ਅੰਦਰ ਹੈ, ਜਿਸ ਕਰਕੇ ਹਰ ਇੱਕ ਇਨਸਾਨ ਵਕਤ ਤੇ ਆਪਣੀ ਸਮਾਜਿਕ ਤੇ ਮਾਨਸਿਕ ਮਨਸਾ ਅਨੁਸਾਰ ਆਪਣੇ ਮਨ ਭਾਉਂਦੇ ਇਨਸਾਨ ਨਾਲ ਨਾਤਾ ਜੋੜ ਲੈਂਦਾ ਹੈ। ਪਰ ਜਦੋਂ ਵਕਤ ਆਉਂਦਾ ਹੈ ਜੋੜੇ ਹੋਏ ਨਾਤੇ ਨੂੰ ਨਿਭਾਉਣ ਦਾ ਤਾਂ ਸ਼ੁਰੂ ਹੁੰਦਾ ਹੈ ਅਸਲ ਇਮਤਿਹਾਨ ਦਾ ਦੌਰ, ਕਿਉਂਕਿ ਕਿਸੇ ਬੁੱਧੀਜੀਵ ਦਾ ਕਥਨ ਹੈ ਕਿ ਨਾਤਾ ਜੋੜਨਾ ਜਿੱਥੇ ਇੱਕ ਕਲਾ ਹੈ ਉੱਥੇ ਹੀ ਨਾਤਾ ਨਿਭਾਉਣਾ ਇੱਕ ਸਾਧਨਾ ਹੈ। ਉਦਾਹਰਣ ਲਈ ਮੰਨ ਲਈਏ ਦੋ ਇਨਸਾਨਾਂ ਨੇ ਸਮਝ ਕਲਾ ਦੁਆਰਾ ਆਪਸ 'ਚ ਨਾਤਾ ਜੋੜਿਆ ਦੋਸਤੀ ਦਾ। ਹੁਣ ਜਦੋਂ ਸਮਝ ਕਲਾ ਦੁਆਰਾ ਜੋੜੇ ਦੋਸਤੀ ਦੇ ਨਾਤੇ ਨੂੰ ਜੀ ਜਾਨ ਇੱਕ ਕਰ ਨਿਭਾਇਆ ਗਿਆ, ਇੱਕ ਦੂਜੇ ਦੇ ਦੁੱਖ ਸੁੱਖ ਦੇ ਇੱਜ਼ਤ ਦੇ ਭਾਈਵਾਲ ਹੋ, ਆਪਣੇ ਤੋਂ ਪਹਿਲਾਂ ਇੱਕ ਦੂਜੇ ਦਾ ਚੰਗਾ ਮਾੜਾ ਵਿਚਾਰ ਕੇ ਇੱਕ ਦੂਜੇ ਦੇ ਭਲੇ ਬੁਰੇ ਤੇ ਗੌਰ ਕੀਤਾ ਗਿਆ, ਦਿਲ 'ਚ ਇੱਕ ਦੂਜੇ ਲਈ ਪ੍ਰੇਮ ਪਿਆਰ ਰੱਖਿਆ, ਇੱਕ ਦੂਜੇ ਪ੍ਰਤੀ ਆਪਣੇ ਨਾਤੇ ਮੁਤਾਬਕ ਬਣਦੇ ਫਰਜ਼ ਪੂਰਨ ਤਨਦੇਹੀ ਨਾਲ ਨਿਭਾਏ, ਆਪਣਾ ਵਕਤ ਆਪਣਾ ਸਮਾਂ ਸਰਮਾਇਆ ਆਪਣੇ ਹੱਥੀਂ ਜੋੜੇ ਆਪਣੇ ਨਾਤੇ ਨੂੰ ਦਿੱਤਾ ਗਿਆ, ਤਾਂ ਦੋਸਤੀ ਵਿੱਚ ਵਰਤਿਆ ਇਹ ਪ੍ਰੇਮ ਪਿਆਰ ਵਾਲਾ ਵਰਤਾਰਾ ਇੱਕ ਕਿਸਮ ਨਾਲ ਸਾਧਨਾ ਹੀ ਹੋ ਗਿਆ। ਕਿਉਂਕਿ ਜੋ ਕੰਮ ਜੋ ਕਰਮ ਅਸੀਂ ਆਪਣੇ ਨਫੇ ਨੁਕਸਾਨ ਤੋਂ ਉੱਪਰ ਉੱਠ ਜੀ ਜਾਨ ਇੱਕ ਕਰ ਪੂਰੀ ਤਵੱਜੋ ਨਾਲ ਕਰਦੇ ਹਾਂ, ਉਹ ਕੰਮ ਕਿਤੇ ਨਾ ਕਿਤੇ ਸਾਧਨਾ ਹੁੰਦਾ ਹੈ। ਖੈਰ, ਨਾਸ਼ਵਾਨ ਸੰਸਾਰ ਦੇ ਨਾਸ਼ਵਾਨ ਨਾਤਿਆਂ ਨਾਲ ਜਿਸਮਾਨੀ ਰਿਸ਼ਤਿਆਂ ਲਈ ਇਨਵੈਸਟ ਕੀਤੇ ਸਮੇਂ ਸਰਮਾਏ ਨਾਲ ਅਸੀਂ ਸਾਧਨਾ ਵਰਗੇ ਉੱਚੇ ਸੁੱਚੇ ਅਲਫਾਜ਼ ਨੂੰ ਜੋੜ ਤਾਂ ਨਹੀਂ ਸਕਦੇ, ਪਰ ਫਿਰ ਵੀ ਸਮਝ ਲਈ ਆਪਣੇ ਵਿਚਾਰ ਦੇ ਮੇਨ ਕਨਸੈਪਟ ਨੂੰ ਆਪ ਸਭ ਅੱਗੇ ਆਸਾਨੀ ਨਾਲ ਸਿੱਧ ਕਰਨ ਲਈ ਅਸੀਂ ਭੂਮਿਕਾ 'ਚ ਇਸ ਉਦਾਹਰਣ ਦੀ ਵਰਤੋਂ ਕੀਤੀ ਹੈ, ਤਾਂ ਜੋ ਸਾਡੇ ਵਿਚਾਰ ਦਾ ਉਲੇਖ ਆਪ ਸਭ ਦੀਆਂ ਭਾਵਨਾ ਨਾਲ ਜੁੜ ਸਕੇ। ਸੋ ਇਸ ਸਾਰੇ ਵਾਰਤਾਲਾਪ ਤੋਂ ਬਾਅਦ ਹੁਣ ਗੱਲ ਕਰਦੇ ਹਾਂ ਉਸ ਅਹਿਮ ਗੱਲ ਦੀ, ਉਸ ਅਹਿਮ ਨਾਤੇ ਦੀ ਜਿਸ ਨੂੰ ਨਿਭਾਉਣਾ ਸਹੀ ਵਿੱਚ ਸਾਧਨਾ ਹੈ। ਗੁਰੂ ਗੁਰਬਾਣੀ ਤੋਂ ਲੈ ਕੇ ਰੂਹਾਨੀਅਤ ਦੇ ਹਰ ਇੱਕ ਫਲਸਫੇ ਤੱਕ, ਗੁਰੂਆਂ ਪੀਰਾਂ ਤੋਂ ਲੈ ਕੇ ਰਹਿਬਰਾਂ ਪੈਗੰਬਰਾਂ ਤੱਕ ਸਭ ਦਾ ਕਹਿਣਾ ਹੈ ਕਿ ਉਹ ਮਾਲਕ ਸਤਿ ਸ੍ਰੀ ਅਕਾਲ ਪੁਰਖ ਪਰਮ ਪਿਤਾ ਪਰਮਾਤਮਾ ਸਾਡਾ ਸਭ ਦਾ ਪਿਤਾ ਹੈ। ਗੁਰੂ ਗੁਰਬਾਣੀ ਦਾ ਫਰਮਾਨ ਹੈ ਏਕ ਪਿਤਾ ਏਕਸ ਕੇ ਹਮ ਬਾਰਿਕ। ਹੁਣ ਜਦ ਸਾਡੀ ਸਮਝ ਕਲਾ ਦਾ ਇਸ ਰੂਹਾਨੀ ਸਮਝ ਦੇ ਗੁੱਝੇ ਭੇਦ ਨਾਲ ਰਾਬਤਾ ਬਣਦਾ ਹੈ ਤਾਂ ਕਿਤੇ ਨਾ ਕਿਤੇ ਸਮਝ ਕਲਾ ਦੇ ਪ੍ਰਭਾਵ ਹੇਠ ਆ ਅਸੀਂ ਆਤਮਕ ਤਲ ਤੋਂ ਪਰਮਾਤਮਾ ਨਾਲ ਜੁੜੇ ਆਪ ਦੇ ਪਹਿਲੇ ਨਾਤੇ ਨੂੰ ਇੱਕ ਵਾਰ ਫਿਰ ਸਮਝ ਕਲਾ ਦੁਆਰਾ ਪਰਮਾਤਮਾ ਨਾਲ ਜੋੜ ਲੈਂਦੇ ਹਾਂ। ਕਿਉਂਕਿ ਨਾਤਾ ਜੋੜਨ ਦੀ ਸੁਭਾਵਕ ਕਲਾ ਸਾਡੇ ਸੁਭਾਅ ਅੰਦਰ ਹੈ, ਪਰ ਜੋੜਨ ਤੋਂ ਅੱਗੇ ਜਦੋਂ ਗੱਲ ਨਿਭਾਉਣ ਦੀ ਆਉਂਦੀ ਹੈ, ਨਿਭਾਉਣ ਵਾਲੀ ਸਾਧਨਾ ਦੀ ਆਉਂਦੀ ਹੈ, ਤਾਂ ਕਿਤੇ ਨਾ ਕਿਤੇ ਸਾਡੀ ਸਮਝ ਕਲਾ ਸਾਡਾ ਸਾਥ ਛੱਡ ਜਾਂਦੀ ਹੈ, ਜਿਸ ਕਰਕੇ ਸਾਡੀ ਸ਼ਿੱਦਤ ਸਾਡਾ ਜਨੂਨ ਢਿੱਲਾ ਪੈ ਜਾਂਦਾ ਹੈ। ਕਿਤੇ ਨਾ ਕਿਤੇ ਅਸੀਂ ਢਿੱਲੇ ਪੈ ਜਾਂਦੇ ਹਾਂ ਉਹਨਾਂ ਨਿਯਮਾਂ ਤੋਂ, ਉਹਨਾਂ ਅਸੂਲਾਂ ਤੋਂ ਜੋ ਇੱਕ ਨਾਤੇ ਨੂੰ ਸਾਧਨਾ ਦੀ ਨਿਆਈ ਨਿਭਾਉਂਦੇ ਹਨ। ਪਰ ਇੱਕ ਨਾਤਾ ਸਾਧਨਾ ਦੀ ਨਿਆਈ ਨਿਭਾਇਆ ਕਿਸ ਤਰ੍ਹਾਂ ਜਾਂਦਾ ਹੈ, ਇਸ ਗੱਲ ਦੀ ਸ੍ਰੇਸ਼ਟ ਤੇ ਪਰਪੱਕ ਮਿਸਾਲ ਸਾਨੂੰ 10ਵੀਂ ਸਰਕਾਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੋਂ ਮਿਲਦੀ ਹੈ। ਜਦੋਂ ਅਸੀਂ ਉਹਨਾਂ ਦੀ ਜੀਵਨੀ ਪੜ੍ਹਦੇ ਹਾਂ ਤਾਂ ਉਹਨਾਂ ਦੀ ਆਪਣੀ ਹਸਤਲਿਖ ਰਚਨਾ 'ਚ ਇੱਕ ਵਾਕ ਆਉਂਦਾ ਹੈ, ਮੈਂ ਆਪਣਾ ਸੁੱਤ ਤੁਹੀ ਨਿਵਾਜਾ। ਉਹਨਾਂ ਨੂੰ ਮਾਲਕ ਸਤਿ ਸ੍ਰੀ ਅਕਾਲ ਪੁਰਖ ਪਿਤਾ ਜੀ ਨੇ ਪੁੱਤਰ ਪਦ ਨਾਲ ਨਿਵਾਜ ਕੇ ਭੇਜਿਆ ਸੀ ਇਸ ਮਾਤ ਲੋਕ ਤੇ।
ਫਿਰ ਇਸ ਮਾਤ ਲੋਕ ਤੇ ਆ ਕੇ ਵੀ ਉਸ ਪੁੱਤਰ ਪਿਆਰੇ ਨੇ ਜਿੱਥੇ ਸਮਝ ਕਲਾ ਦੁਆਰਾ ਆਪਣਾ ਨਾਤਾ ਆਪਣੇ ਪਰਮਪਿਤਾ ਪਰਮਾਤਮਾ ਨਾਲ ਜੋੜ ਕੇ ਰੱਖਿਆ, ਉੱਥੇ ਹੀ ਉਹਨਾਂ ਆਪ ਦਾ ਨਾਤਾ ਆਪ ਦੇ ਪਿਤਾ ਸਾਹਿਬ ਸਤਿਪੁਰਖ ਜੀ ਨਾਲ ਸਾਧਨਾ ਦੀ ਨਿਆਈ ਖੁਦ ਵੀ ਨਿਭਾਇਆ ਤੇ ਸਾਨੂੰ ਵੀ ਨਿਭਾਉਣ ਲਈ ਪ੍ਰੇਰਿਆ। ਕਹਿੰਦੇ ਹਨ ਇੱਕ ਨਾਤਾ ਸਾਧਨਾ ਦੀ ਨਿਆਈ ਨਿਭਦਾ ਪਤਾ ਕਦੋਂ ਹੈ? ਜਦੋਂ ਉਹ ਨਾਤਾ ਦਿਲ ਦਿਮਾਗ ਵਿੱਚ, ਹਿਰਦੇ ਵਿੱਚ ਵਸ ਜਾਂਦਾ ਹੈ। ਤੇ ਫਿਰ ਉਹਨਾਂ ਦੇ ਦਿਲ ਦਿਮਾਗ ਵਿੱਚ ਵਸਿਆ ਸੀ ਉਹ ਨਾਤਾ, ਤਾਂ ਹੀ ਤਾਂ ਉਹਨਾਂ ਫਰਮਾਇਆ ਸੀ, ਖਿਆਲ ਮੈਂ ਨਾ ਆਵੈ ਗਮ ਤਾਕੋ ਸਦਾ ਖਾਈਐ। ਇੱਕ ਨਾਤੇ ਨੂੰ ਸਾਧਨਾ ਦੀ ਨਿਆਈ ਨਿਭਾਉਣ ਦਾ ਅਗਲਾ ਅਸੂਲ ਪਤਾ ਕੀ ਹੁੰਦਾ ਏ? ਆਪਣਾ ਵਕਤ, ਆਪਣਾ ਸਮਾਂ ਸਰਮਾਇਆ ਆਪ ਦੇ ਨਾਤੇ ਨੂੰ ਦੇਣਾ। ਤੇ ਫਿਰ ਉਹਨਾਂ ਦਾ ਤਾਂ ਬਚਪਨ ਤੋਂ ਲੈ ਕੇ ਅਖੀਰ ਤੱਕ ਦਾ ਵਕਤ ਹੀ ਆਪ ਦੇ ਸਦੀਵੀ ਨਾਤੇ ਦਾ ਸੀ। ਉਹਨਾਂ ਦਾ ਤਾਂ ਪੂਰਾ ਜੀਵਨ ਹੀ ਸਤਿਪੁਰਖ ਪਿਤਾ ਜੀ ਦੇ ਸਪੁਰਦ ਸੀ। ਉਹੀ ਕਰਮ, ਉਹੀ ਧਰਮ, ਉਹੀ ਕਾਜ, ਉਹੀ ਗੱਲਬਾਤ, ਤਮਾਮ ਉਮਰ ਉਹ ਤਾਂ ਆਪਦੇ ਨਾਤੇ 'ਚ ਹੀ ਵਿਚਰੇ। ਕਿਸੇ ਨਾਤੇ ਨੂੰ ਸਾਧਨਾ ਦੀ ਨਿਆਈ ਨਿਭਾਉਣ ਦਾ ਤੀਜਾ ਅਸੂਲ ਹੁੰਦਾ ਹੈ ਦਮ-ਦਮ ਨਾਲ ਨਾਤੇ ਨੂੰ ਜ਼ਿਹਨ 'ਚ ਉਤਾਰ ਕੇ ਰੱਖਣਾ। ਤੇ ਫਿਰ ਦਮ-ਦਮ ਨਾਲ ਉਹਨਾਂ ਦੇ ਜ਼ਿਹਨ 'ਚ ਉਤਰਿਆ ਸੀ ਉਹਨਾਂ ਦਾ ਨਾਤਾ, ਤਾਂ ਹੀ ਤਾਂ ਮਾਛੀਵਾੜੇ ਦੇ ਜੰਗਲਾਂ 'ਚ ਛੋਟੇ ਪੁੱਤਰਾਂ ਤੇ ਮਾਤਾ ਜੀ ਦੀ ਸ਼ਹਾਦਤ ਦੀ ਖਬਰ ਸੁਣ ਕੇ ਵੀ ਕੋਈ ਗੁੱਸਾ ਗਿਲਾ, ਕੋਈ ਤਾਨਾ ਮੇਨਾ ਨਹੀਂ ਸੀ ਦਿੱਤਾ। ਬਸ ਇਹੀ ਕਿਹਾ ਸੀ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਜੇ ਵੇਖਿਆ ਜਾਵੇ ਤਾਂ ਇਹ ਹਕੀਕਤ ਏ, ਇਹ ਸਮਝ ਏ ਇੱਕ ਨਾਤੇ ਨੂੰ ਸਾਧਨਾ ਦੀ ਨਿਆਈ ਨਿਭਾਉਣ ਦੀ। ਪਰ ਹੁਣ ਅਸੀਂ ਵੇਖੀਏ ਅਸੀਂ ਕਿੱਥੇ ਖੜੇ ਹਾਂ, ਕਿਉਂਕਿ ਨਾਤਾ ਤਾਂ ਸਾਡਾ ਵੀ ਹੈ ਪਰਮਾਤਮਾ ਦੇ ਨਾਲ, ਪਿਓ ਪੁੱਤਰ ਦਾ। ਗੁਰੂ ਗੁਰਬਾਣੀ ਫਰਮਾਨ ਕਰਦੀ ਹੈ, ਕਹੋ ਕਬੀਰ ਇਹੋ ਰਾਮ ਕੀ ਅੰਸ। ਅਸੀਂ ਅੰਸ ਬੰਸਾਂ ਮਾਲਕ ਸਤਿ ਸ੍ਰੀ ਅਕਾਲ ਪੁਰਖ ਪਿਤਾ ਜੀ ਦੀ। ਫਿਰ ਨਿਭਾਉਣਾ ਤੇ ਅਸੀਂ ਵੀ ਏ ਉਸ ਨਾਤੇ ਨੂੰ। ਇਸ ਲਈ ਨਿਭਾਉਣ ਤੇ ਗੌਰ ਕਰੀਏ, ਕਿਉਂਕਿ ਸਮਝ ਕਲਾ ਦੇ ਆਸਰੇ ਅਸੀਂ ਨਾਤਾ ਜੋੜ ਤਾਂ ਸਹਿਲੇ ਹੀ ਲੈਂਦੇ ਹਾਂ, ਪਰ ਕੁਤਾਈ ਹਮੇਸ਼ਾ ਨਿਭਾਉਣ ਵਾਲੀ ਸਾਧਨਾ 'ਚ ਹੁੰਦੀ ਹੈ। ਕਿਉਂਕਿ ਕਿਤੇ ਨਾ ਕਿਤੇ ਸਾਡੀ ਸੰਸਾਰੀ ਸਮਝ, ਸਾਡਾ ਸੰਸਾਰੀ ਨਾਤਿਆਂ ਦਾ ਮੋਹ ਸਾਨੂੰ ਨਿਰੰਕਾਰੀ ਸਮਝ ਵਿੱਚ, ਨਿਰੰਕਾਰੀ ਨਾਤਿਆਂ ਦੇ ਅਸੂਲਾਂ 'ਚ ਪੂਰਾ ਨਹੀਂ ਉਤਰਨ ਦਿੰਦਾ। ਇਸ ਲਈ ਸਭ ਤੋਂ ਉੱਪਰ ਆਪਦੇ ਸਦੀਵੀ ਨਾਤੇ ਨੂੰ ਰੱਖੀਏ ਤੇ ਕੋਸ਼ਿਸ਼ ਕਰੀਏ ਸਦਗੁਣੀ ਗੁਣਾ ਅਸੂਲਾਂ 'ਚ ਰਹਿ ਕੇ, ਨੇਮ ਪ੍ਰੇਮ 'ਚ ਰਹਿ ਕੇ ਸਾਧਨਾ ਦੀ ਨਿਆਈ ਇਸ ਅਸਲ ਨਾਤੇ ਨੂੰ ਨਿਭਾਉਣ ਦੀ, ਕਿਉਂਕਿ ਇਹੀ ਇੱਕ ਨਾਤਾ ਸਾਡਾ ਪੱਕਾ ਤੇ ਸਦੀਵੀ ਨਾਤਾ ਹੈ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।